श्री वाहिगुरु जी। सतनाम श्री वाहिगुरु जी। एक ओंकार सतनाम करता पुरख निर्भयो निर्वैर अकाल मूरत अजूनी सैभं गुर प्रसाद जप आद सच युगाद सच है भी सच नानक उसी भी सच सजन सच्चा पातशाह सिर सांद साह जिस पास बैठिया सूरियत सतनाम श्री वाहिगुरु साहिब जीओ। सलोक दर्शन प्यासी दिन सजाता चित भवन दिन रीता। फूल कवट गुर बेलिया नानक हर संग मीता। दर्शन प्यासे दिन सराता। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगी अटल शब्दा अवतार दसां पातशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी की पावन पवित्र हजूरी दे विच जुड़न बैठी गुरु रूप गुरु खालसा साध संगत जीओ। आओ बड़ी प्यार और सत्कार दे नाल अमृत बाणी हर हर तेरी सुन सुन होवे परम गत मेरी। जदन बुझी शीतल हुए मनुआ सतगुर का दर्शन पाई जियो। सतगुरां दी पवित्र अमृत बाणी की कथा विचार व्याख्या सो श्रवण करके लाभ प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जीओ। सलोका दर्शन प्यासी दिन सराता। गुरु प्यारे साध संगत जीओ। धन धन सतगुरु श्री गुरु अर्जन देव साहिब जी महाराज। जय तसरी महला पंजवा।
ਸ੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ। ਛੰਤਾ ਘਰ ਪਹਿਲਾ, ਜਿਹਦੇ ਵਿੱਚ ਸੰਗੀਤ ਹੋਵੇ, ਸੁਰ ਅਤੇ ਤਾਲ ਹੋਵੇ। ਸੋ ਸੰਗੀਤ ਨੂੰ ਛੰਦ ਕਹਿੰਦੇ ਨੇ, ਪਰਮਾਤਮਾ ਦਾ ਜਸ। ਸਤਿਗੁਰੂ ਜੀ ਮਹਾਰਾਜ ਪਹਿਲੇ ਘਰ ਦੇ ਵਿੱਚ ਇਹ ਪਾਵਨ ਛੰਦ ਸ਼ਬਦ ਉਚਾਰਨ ਕਰ ਰਹੇ ਹਨ। ਇੱਕੋ ਓੰਕਾਰ, ਵਾਹਿਗੁਰੂ ਇੱਕ ਹੈ ਓੰਕਾਰ, ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਸਤ ਹੈ, ਚਿਤ ਹੈ ਤੇ ਆਨੰਦ ਸਰੂਪ ਹੈ। ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਬਖਸ਼ਿਸ਼ ਰਹਿਮਤ ਦੁਆਰਾ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਜੀ। ਸ਼ਲੋਕ ਸਵੈ ਲੋਕ ਦੀ ਪ੍ਰਾਪਤੀ ਵਾਲਾ ਜੋ ਸ਼ਲੋਕ ਹੈ, ਜੋ ਸਰੂਪ ਰੂਪੀ ਲੋਕ ਦੀ ਪ੍ਰਾਪਤੀ ਕਰਾਵੇ, ਸੋ ਕਹੀਏ ਸ਼ਲੋਕ। ਪਾਵਨ ਸ਼ਲੋਕ ਉਚਾਰਨ ਕਰਦੇ ਹਨ। ਦਰਸ਼ਨ ਪਿਆਸੇ ਦਿਨ ਸਰਾਤਾ, ਸੋ ਮਹਾਰਾਜ ਸਾਡੇ ਮਨਾਂ ਦੇ ਵਿੱਚ ਦਰਸ਼ਨਾਂ ਦੀ ਤੜਪ ਤੇ ਤਾਂਘ ਪੈਦਾ ਕਰਨ ਵਾਸਤੇ ਇਹ ਸ਼ਬਦ ਉਚਾਰਨ ਕਰ ਰਹੇ ਹਨ। ਰਾਤ ਦਿਨ ਇਹ ਵਾਹਿਗੁਰੂ ਜੀ ਤੁਹਾਡੇ ਦਰਸ਼ਨਾਂ ਦੀ ਪਿਆਸੀ ਹੋ ਕੇ ਪ੍ਰਭੂ ਦੇ ਰਸਤੇ ਨੂੰ ਸੋ ਮੈਂ ਚਿਤ ਵਾਇਣ ਦਰਨੀਤਾ, ਦਿਨ ਰਾਤ ਦੇ ਦਿਨ ਲਗਾਤਾਰ ਚਿਤ ਵਧਾਉਣ ਦੇਖਦੀ ਰਹਿੰਦੀ ਸਾਂ। ਇਸੇ ਪ੍ਰਕਾਰ ਦਰਸ਼ਨ ਪਿਆਸੇ ਦਿਨ ਸਰਾਤ, ਇਹ ਅਕਾਲ ਪੁਰਖ ਵਾਹਿਗੁਰੂ ਸਾਡੀ ਬਿਰਤੀ ਆਪ ਜੀ ਦੇ ਦਰਸ਼ਨਾਂ ਦੀ ਰਾਤ ਦਿਨ ਪਿਆਸੀ ਹੋ ਰਹੀ ਹੈ ਅਤੇ ਨੀਤ ਹਮੇਸ਼ਾ ਹੀ ਚਿਤਵਦੇ ਰਹਿੰਦੇ ਹਾਂ ਕਿ ਕਦ ਅਵਿਦਿਆ ਰੂਪ ਰਾਤ ਮਿਟ ਕੇ ਗਿਆਨ ਰੂਪੀ ਦਿਨ ਚੜ੍ਹੇ। ਚਿਤ ਵਾਇਣ ਦਰਨੀਤਾ, ਮਹਾਰਾਜ ਹਮੇਸ਼ਾ ਹੀ ਰਾਤ ਦਿਨ ਆਪ ਜੀ ਦੇ ਦਰਸ਼ਨਾਂ ਨੂੰ ਵੇਖਣਾ ਚਾਹੁੰਦੇ ਹਾਂ। ਦਿਨੇ ਰਾਤ ਨਿਤ ਹੀ ਚਿਤਵਦੇ ਰਹਿੰਦੇ ਹਾਂ ਕਿ ਕਦ ਅਵਿਦਿਆ ਰੂਪ ਰਾਤ ਮਿਟ ਕੇ ਬ੍ਰਹਮ ਗਿਆਨ ਰੂਪ ਦਿਨ ਚੜ੍ਹੇ ਅਤੇ ਅਸੀਂ ਹਮੇਸ਼ਾ ਹੀ ਆਪ ਜੀ ਦੇ ਦਰਸ਼ਨ ਦਿਦਾਰਿਆਂ ਨੂੰ ਨਿਤ ਪ੍ਰਤੀ ਵੇਖਣਾ ਕਰੀਏ। ਸੋ ਹੀ ਮਹੱਲਾ ਪੰਜਵਾਂ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਤੇਰੇ ਰਹਾਉ। ਆਪਣੀ ਸਰਣ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਰ ਬਿਰਲੇ ਜਾਤੇ। ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸ ਹੈ ਮੇਰੇ ਚੀਤਾ। ਨਾਨਕ ਏਕ ਕਰੇ ਅਰਦਾਸ, ਵਿਸਰ ਨਾਹੀ ਪੂਰਨ ਗੁਣ ਤਾਸ। ਇਹ ਵਾਹਿਗੁਰੂ ਅਸੀਂ ਹਮੇਸ਼ਾ ਹੀ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਦਿਨ ਰਾਤ ਆਪ ਦੇ ਦਰਸ਼ਨਾਂ ਦੀ ਸਾਡੇ ਮਨ ਦੇ ਵਿੱਚ ਤਾਂਘ ਪੈਦਾ ਹੋ ਰਹੀ ਹੈ ਕਿ ਕਦ ਆਪ ਜੀ ਸਾਨੂੰ ਆਪ ਦੇ ਦਰਸ਼ਨ ਦਿਦਾਰੀ ਬਖਸ਼ੋਗੇ। ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ,
ਜਿਹੜਾ ਪਪੀਆ ਹੈ ਉਹ ਸਵੰਤੀ ਪੂਣ ਤੋਂ ਬਗੈਰ ਨਹੀਂ ਰਹਿ ਸਕਦਾ। ਜਿਹੜਾ ਭਵਰਾ ਹੈ ਇਹ ਫੁੱਲ ਦੀ ਸੁਗੰਧੀ ਤੋਂ ਬਗੈਰ ਨਹੀਂ ਰਹਿ ਸਕਦਾ। ਜਿਹੜਾ ਹਰਨ ਹੈ ਇਹ ਘੰਡੇ ਹੇੜੇ ਦੀ ਆਵਾਜ਼ ਅੱਗੇ ਆਪਣਾ ਆਪ ਸਭ ਕੁਛ ਕੁਰਬਾਨ ਕਰ ਦਿੰਦਾ। ਇਉਂ ਇਹ ਵਾਹਿਗੁਰੂ ਜੀ ਪੌੜੀ ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਬੂੰਦ ਵੀ ਹੋਣਾ ਚਾਤੇ ਕੋ ਕਿਉਂ ਕਰ ਤ੍ਰਿਪਤਾਵੇ। ਨਾਦ ਗੁਰਨ ਕੈ ਵਿਦਿਆ ਸਨਮੁਖ ਉਠ ਧਾਵੇ। ਭਵਰ ਲੋਭੀ ਕੁਸਮ ਬਾਸਕ ਮੇਰੇ ਆਪ ਬੰਧਾਵੇ। ਇਉਂ ਸੰਤ ਜਨਾ ਹਰ ਪ੍ਰੀਤ ਹੈ। ਇਸੇ ਪ੍ਰਕਾਰ ਸੰਤਾਂ ਮਹਾਂਪੁਰਖਾਂ ਦੀ ਪ੍ਰੀਤੀ ਆਪ ਜੀ ਦੇ ਨਾਲ ਹੈ। ਦੇਖ ਦਰਸਿਆ ਕਹਾਵੇ ਉਹ ਕੇਵਲ ਆਪ ਜੀ ਦਾ ਦਰਸ਼ਨ ਵੇਖ ਕੇ ਹੀ ਰੱਜਦੇ ਹਨ। ਜੇ ਧਰਤੀ ਸਭ ਕੰਚਨ ਕਰ ਦੀਜੈ ਫਿਰ ਨਾਮੈ ਅਵਰ ਨ ਭਾਇਆ ਰਾਮ। ਉਹਨਾਂ ਨੂੰ ਭਾਵੇਂ ਸਾਰੀ ਧਰਤੀ ਸੋਨੇ ਦੀ ਬਣਾ ਕੇ ਦੇ ਦਿਓ ਪਰ ਵਾਹਿਗੁਰੂ ਨਾਮ ਤੋਂ ਬਗੈਰ ਆਪ ਦੀ ਪ੍ਰਾਪਤੀ ਤੋਂ ਬਗੈਰ ਕੋਈ ਚੰਗਾ ਨਹੀਂ ਲੱਗਦਾ। ਜਿਵੇਂ ਸਾਡੇ ਮਾਤਾ ਸਾਹਿਬ ਦੇਵਾਂ ਕੌਰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਕਿ ਹੁਣ ਤੁਸੀਂ ਦਿੱਲੀ ਵਿਖੇ ਜਾ ਕੇ ਆਪਣੀ ਭੈਣ ਜੀ ਦੇ ਪਾਸ ਰਹੋ। ਮਾਤਾ ਸੁੰਦਰ ਕੌਰ ਦੇ ਕੋਲ ਬੇਨਤੀ ਕੀਤੀ, ਇਹ ਸੱਚੇ ਪਾਤਸ਼ਾਹ ਮੈਂ ਤਾਂ ਆਪ ਦੇ ਦਰਸ਼ਨ ਕਰਨ ਤੋਂ ਬਗੈਰ ਜਲ ਪਾਣੀ ਨਹੀਂ ਛਕਦੀ। ਤੇ ਗੁਰੂ ਸਾਹਿਬ ਕਹਿਣ ਲੱਗੇ ਕਿ ਜਦ ਨਿਤਨੇਮ ਤੋਂ ਉਪਰੰਤ ਤੁਸੀਂ ਸ਼ਾਸਤਰਾਂ ਦੇ ਦਰਸ਼ਨ ਕਰਿਆ ਕਰੋਗੇ ਤਾਂ ਬਖਸ਼ਿਸ਼ਾਂ ਲੈ ਜਾਓ, ਤੁਹਾਨੂੰ ਸਾਡੇ ਦਰਸ਼ਨ ਡੇਲੀ ਹੋਇਆ ਕਰਨਗੇ। ਤੋ ਮਾਤਾ ਸਾਹਿਬ ਦੀ ਮੰਗ ਕੌਰ ਗੁਰੂ ਸਾਹਿਬਾਂ ਦੇ ਪ੍ਰਤੱਖ ਦਰਸ਼ਨ ਕਰਦੇ ਰਹੇ। ਉਹਨਾਂ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਇਸ ਤਰ੍ਹਾਂ ਭਾਈ ਰਾਮ ਗੋਇਲ ਜੀ ਜਿਨ੍ਹਾਂ ਨੂੰ ਗੁਰੂ ਸਾਹਿਬਾਂ ਨੇ ਘਰ ਵਾਪਸ ਭੇਜ ਦਿੱਤਾ, ਕਹਿੰਦੇ ਭਾਈ ਰਾਮ ਗੋਇਲ ਜੀ ਤੁਹਾਡੀ ਮਾਤਾ ਆਈ ਹੈ ਤੇ ਤੁਸੀਂ ਇਹਨਾਂ ਨਾਲ ਘਰ ਨੂੰ ਜਾਓ। ਕਹਿੰਦੇ ਮਹਾਰਾਜ ਮੈਂ ਤਾਂ ਆਪ ਦੇ ਦਰਸ਼ਨਾਂ ਤੋਂ ਬਗੈਰ ਕੁਝ ਖਾਂਦਾ ਪੀਂਦਾ ਨਹੀਂ। ਸਤਿਗੁਰੂ ਜੀ ਕਹਿਣ ਲੱਗੇ ਕਿ ਜਦ ਤੁਸੀਂ ਅੰਮ੍ਰਿਤ ਵੇਲੇ ਨਿਤਨੇਮ ਕਰਕੇ ਸ਼ਿਕਾਰ ਖੇਡਣ ਜਾਇਆ ਕਰੋਗੇ ਤਾਂ ਅਸੀਂ ਤੁਹਾਨੂੰ ਬਾਹਰ ਜੰਗਲ ਦੇ ਵਿੱਚ ਜਿਸ ਤਰ੍ਹਾਂ ਬੰਦੇ ਨੂੰ ਮੰਦਾ ਮਿਲਦਾ ਇੰਝ ਸ਼ਿਕਾਰ ਦੇ ਬਹਾਨੇ ਤੁਹਾਨੂੰ ਬਾਹਰ ਮਿਲਿਆ ਕਰਾਂਗੇ। ਅਨੇਕਾਂ ਹੀ ਗੁਰਸਿੱਖ ਸੰਤਾਂ ਭਗਤਾਂ ਦੀਆਂ ਸਾਖੀਆਂ ਇਤਿਹਾਸ ਦੇ ਵਿੱਚ ਭਰੀਆਂ ਪਈਆਂ ਨੇ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਦਾ ਕੇਵਲ ਮਨ ਦੇ ਵਿੱਚ ਲਗਾਵ ਕੀਤਾ, ਫੁਰਨਾ ਕੀਤਾ, ਬਾਕੀ ਸਭਨਾਂ ਦਾ ਤਿਆਗ ਕੀਤਾ। ਜਿਵੇਂ ਇੱਕ ਰਾਜਾ ਮੁਹਿੰਮ ਤੋਂ ਘਰ ਵਾਪਸ ਆਇਆ, ਉਹਨੇ ਸਭਨਾਂ ਰਾਣੀਆਂ ਨੂੰ ਚਿੱਠੀਆਂ ਭੇਜੀਆਂ ਕਿ ਕਿਹੜੀ ਕਿਹੜੀ ਚੀਜ਼ ਚਾਹੀਦੀ ਹੈ। ਸਭਨਾਂ ਨੇ ਆਪੋ ਆਪਣੀਆਂ ਡਿਮਾਂਡਾਂ ਲਿਖੀਆਂ। ਕਿਸੇ ਨੂੰ ਲੱਖਾ ਹਾਰ ਮੰਗਿਆ, ਕਿਸੇ ਨੇ ਹੀਰੇ ਜੜਤ ਮੁੰਦਰੀ ਮੰਗੀ, ਕਿਸੇ ਨੇ ਝੁਮਕੇ, ਕਿਸੇ ਨੇ ਖੰਡ ਕਾਂਡ, ਬੜਾ ਕੁਛ। ਤੇ ਪਰ ਜਿਹੜੀ ਸਭ ਤੋਂ ਛੋਟੀ ਰਾਣੀ ਸੀ ਉਹਨੇ ਆਪਣੇ ਖੂਨ ਦੇ ਨਾਲ ਹਿੰਦੀ ਦਾ ਸਾਹ ਲਿਖ ਕੇ ਭੇਜਿਆ। ਰਾਜੇ ਨੂੰ ਸਮਝ ਨਾ ਆਈ, ਬਾਕੀ ਸਭਨਾਂ ਲਈ ਵਸਤੂਆਂ ਲੈ ਲਈਆਂ। ਵਜ਼ੀਰਾਂ ਨੂੰ ਪੁੱਛਿਆ, ਇਹਦੀ ਮੈਨੂੰ ਸਮਝ ਨਹੀਂ ਆਈ। ਕਹਿੰਦੇ ਵੇਖੋ ਰਾਜਨ, ਇਹ ਲਾਲ ਖੂਨ ਦੇ ਨਾਲ ਸਾਹ ਲਿਖਿਆ ਜਿਸ ਦਾ ਭਾਵ ਹੈ ਲਾਲ ਸਾਹ। ਉਹਨੇ ਆਪ ਨੂੰ ਬੇਨਤੀ ਕੀਤੀ ਹੈ ਕਿ ਇਹ ਰਾਜਨ ਤੁਸੀਂ ਏਡੀ ਵੱਡੀ ਮੁਹਿੰਮ ਨੂੰ ਜਿੱਤ ਕੇ ਕੇਵਲ ਮੈਨੂੰ ਆਪ ਦੇ ਦਰਸ਼ਨ ਹੀ ਬਖਸ਼ੋ। ਤੁਹਾਡੇ ਦਰਸ਼ਨਾਂ ਦੀ ਹੀ ਲਾਲਸਾ, ਹੋਰ ਮੈਨੂੰ ਕੁਝ ਨਹੀਂ ਚਾਹੀਦਾ, ਤੁਹਾਡੇ ਦਰਸ਼ਨ ਚਾਹੀਦੇ ਨੇ। ਰਾਜਾ ਬੜਾ ਪ੍ਰਸੰਨ ਹੋਇਆ। ਇਹ ਵੇਖੋ
बाकी तो सब आप अपने लालच वास्ते मतलब रखते हैं। ये जिहड़ी छोटी राणी है इन्हें मेरे नाल प्रेम जताया तो राजा खुद आप भी उहदे महलों में आया तो उन्होंने नालों बड़िया होर वधिया वधिया चीज़ां लैके आया। जिथे राजा आ गया उत्थे फौजां भी आ गई, सारे खजाने भी आ गए। इउं दर्शन प्यासी दिन सरात चित मोहन दिन नीत। जिस तरह पपीहा चितुरदा है चकोरा चित चितुदियां ने चंद चकोर प्रीत है लाए तार ने हले मोर कभी ये बोल दे वेख बदल कर ले नार पधार प्यार है मां पत संभाले पीर मरीदा फिर हड़ी वो निभ है नाले। जिहड़े इस तरह प्रीति रखते प्रभु के नाल सारे पदार्थों की इच्छा त्याग के कबीर साहब के वचन मुताबक कबीर आशा करी है राम की अमर आस निराश नरक मरे ते मन जो हर नाम उदास। केवल वाहिगुरु के दर्शनों की इच्छा रखते हैं सच्चे पातशाह उन्होंने आप के दर्शन भी बख्शदा ते होर भी सारा कुछ रिधियां सिद्धियां दे दिंदा। जिवें सुदामे दे मुट्ठी भर चौल खा के वेखो कृष्ण भगवान ने उन्होंने हार कर दिता सीगा। इउं जिहड़े वाहिगुरू नाल प्रेम जताउंदे ने सो गुरु महाराज जिवें छेवें पातशाह ने भाई साधु ते रूपचंद नूं लंगर चलाने की आग्ञा बख्शी। कहते जी पैसा नहीं सब कहते रिधियां सिद्धियां तुहानूं दित्तियां किसी चीज़ का घाटा नहीं आवेगा। सो दर्शनों के विच सारियां बरकतां ने धर्म अर्थ काम मोक्ष का बताता पूरी पई सिमर सिमर विधाता सारा कुछ महाराज बख्शदा है। पातशाह जी का वचन है महाराज कहते ने सबल दर्शन अकाल मूरत प्रभ प्रभु के दर्शन सहत फलांदे हैं। काल मूरत वाहिगुरु के दर्शन सहत फलांदे ने सबल दर्शन अकाल मूरत प्रभ है भी होण हर। महाराज हुण भी है जिस तरह का पिछे सीगा जिन्हें कबीर का जग संपूर्ण किया नामदेव की छपरी बनी धने दियां गावां चारियां नाले दर्शन भी दिते नाले काम भी संभाले। वो हुण भी है भी पिछे भी सी ते हुण हर अगे आने वाले समय में भी होएगा। कि वाहिगुरू आपके दर्शनों की साडे मन में प्यासा चाहना लगी हुई है दिन ते रात चितमो चितवायन दिन नीता। एक रस दिन रात तुहानूं याद करते रहते हैं। जिहड़े पुरातन गुरसिख होया करते सन खास करके जिन्हां पंजां प्यारियां दी सेवा निभाउणी है वो जिन्ना चिर पंज बाणियां का पाठ ना कर लैण ते श्री गुरु ग्रंथ साहिब जी के चरणों च अरदास करके श्री गुरु ग्रंथ साहिब के दर्शन कर लैण उन्ना चिर वो कुछ छकते नहीं सन होंदे। मैनूं याद है कि पंज प्यारियां दे नाल मैं यात्रा ते गया पंजां तख्तां दी। एक बजुर्ग बाबा जी ड्राइवर गुरमुख प्यारे भाई चमकौर सिंह के पिता जी जिन्होंने जेलों कटिया बड़िया मारा खादियाँ कुर्बानी वाले गुरमुख उन्होंने कहना प्रसादा छक लो जल पानी छक लो क्योंकि सफर के विच घाटा वाधा हो जाता। इशनान पान का टाइम भी टाइम घटा है। फिर हुण बंदा सफर करे कि गुरु महाराज के दर्शन लगे काली काली भी उत्थे पहुँच के करते हैं उत्थे पहुँच के करते हैं। असीं हरिद्वार पहुँच गए
लगातार गड्डी चलती गई पर उन्होंने मूँह के विच पानी का घुट नहीं पाया। कहते नवा दिन चढ़ गया। दोपहर के 2 बज गए तो मैं हैरान होया कि किसी घर 5 प्यारे बेनती मन के उत्थे जल पानी छक गए। तो कहन मैं तो नहीं कुछ खाना जी। कुदरती परमात्मा वालों टीवी के उपर कीर्तन आ रहा सीगा। ते कीर्तन दे विच महाराज सच्चे पातशाह जी का प्रकाश मैं भी लो। गुरु महाराज को अपने सिखां का फिक्र है। भावें टीवी दे विच ही है दर्शन का दर्शन ही ने मत्था टेको। उन्हें महाराज के दर्शन करके अरदास करके ते फिर कुछ छकिया। सो इन्ने सिंह सख्त होंदे सी अपने नितनेम दे विच। महापुरख बाबा जरनैल सिंह जी खालसा पिंडों वाले संत 5 बाणियां पढ़ के ते गुरु साहब के दर्शन करके फिर जल पानी छकदे ते 5 ग्रंथी का नितनेम करन तो बाद दोपहर का कुछ खाना पीना करते। सो इन्हां उन्हां महापुरखों का निजम से बड़े संत संत गुरबचन सिंह जी ढंडा वाले संत वो भी कथा तो बाद लगातार 4 घंटे श्री गुरु ग्रंथ साहब जी की हाजूरी छोड़ते ही नहीं। साडा काम की है भजो भजे आए मारी शाल से बह गए। अजे आनंद साहब का पाठ चलता ही होंदा साडा मन काला पिया होंदा भी अपना जाना है। क्योंकि कारोबार बड़े ने ड्यूटियां बड़ियां सख्त हैं। जिन्ना चिर भज नठ ना करिए उन्ना चिर जिंदगी की गड्डी चलनी असंभव है। तो इस वास्ते काली दे विच तुरना पैंदा। और महापुरख बड़ी धीरजता दे नाल जिस आसन से बैठ के कथा करते उसे ही चौंकड़े से दोपहर के 12 बजे तक नितनेम करते रहते। जल पानी पहले छक के घर चले जाते। ये नितनेम तो बाद फिर प्रसाद पानी छकते। बाहरले संगतां दे विच ये मैं गुण मनिया केस भावें रखन ना रखन अमृत भावें छकन ना छकन कनेडा अमरीका इंग्लैंड सारिया संगतां भावें 40 किलोमीटर ड्राइव करके कार भजा के गुरुद्वारे जाना पे जरूर महाराज के दर्शन करते हैं। जे डेली नहीं तो हफ्ते बाद तो दोपहर के 1 बजे तो पहला किसी ने कोई मिलना नहीं, किसी को कोई फंक्शन नहीं करना, कोई पार्टी नहीं करनी, किते जाना होना नहीं, कोई कारोबार नहीं। ऐतवार 1 बजे तक महाराज के चरणों च हाजरी बननी। आ नवा साल गोरे चौंका च मनाते ने। असी लोग भी टीवी अगे बैठ के या हस के गा के नच के पर बाहरलियां संगत जिन्ना चिर नवा साल नहीं चढ़ जाना उन्ना चिर गुरु साहब के चरणों के विचों नहीं जाना। किसी ने घर के विच नहीं रहना। जिथे भी कोई है पुज के महाराज के चरणों में पहुँचना। ये प्यार की खेड़ है। साच कहो सुन ले हो सब जिन प्रेम कियो तिन ही प्रभ पायो। जे बच्चा माता के दर्शनों चाहेगा तो ही माता की गोदी प्राप्त होगी। जे खडौणियां च परचे रहा माया दी खेडां रदियां सदियां दे विच कारोबारां दे विच ये राग रंग दे विच परचे रहा फिर तो बराबर भी है। आ वेखो लॉकडाउन ने सबनों परमात्मा याद करा दिता है। जिन्होंने को एक मिनट भी टाइम नहीं सीगा कुकड़ा के वाड़े वांग सबनों अंदर ताड़ के रख दिता। एडी कुदरत परमात्मा की बलवान भी हुण तुसीं भज नठ करके दिखाओ। एकदम दिमाग ठिकाने आ गया भी असल जिंदगी प्रभु का नाम ही है।
तो क्यों ना डेली का नियम बनाइए, सगों कि अपने बाल बच्चियों भी गुरु जी के चरणों में लैके हाजरी भरीए। 24 घंटिया के विचों एक टाइम जरूर सच्चे पातशाह जी के दर्शन करिए। खोल कपट गुर मेलिया, हुण गुरां ने भरम रूप या 5 कोशां रूप दरवाजे खोल के मैनू मेल दिता है। नानक हर संगा मीता, सतगुरु जी कदम करते ने कि हरि मित्र दे नाल सानू सतगुरां ने आप मेल दिता है। शंता वाहिगुरु का जस रूपी शब्द उच्चारण करते हैं, जिहदे विच संगीत होवे, भाव बाजे की सुर भी होवे ते जोड़ी का ताल भी होवे। बाणी दे नाल भावें वाजा ना भी वजे, ढोलकी जोड़ी ना भी वजे, ते बिना ही अपना साजां तो कोई गाउण वाला सही होवे, सुर लय दे विच रसमई तरीके नाल पाठ कर सकता है। ये शांत संगीतमई कवितामई गुरु साहब जी जस उचारते हैं। सुन यार हमारे सजना, ये साडे सज्जन परमात्मा दी यार सतगुरु सुनना करो। एका करो बेनतिया, मैं एक बेनती करदी हाँ, यार प्यार दी बोली है। माता के गर्भ के विच रखिया करने वाले नूं यार आखिया है। सज्जन मरण तो बाद पतोख में सहायता करने वाले नूं सज्जन आखिया है। वाहिगुरु जम्मण तो पहला भी बच्चे नूं रखदा है, इसलिए वो साडा यार है। ते मरण तो बाद भी जय मात पिता सुत मीत न भाई, मन उहा नाम तेरा संग सहाई, उथे भी साडी सहायता करेगा। ऐसा मोहन लाल प्यारे, इहदे दस की बेनती करदी है। इहदे मन नूं मोहित करन वाले लाड़ दा अर्थ भी प्यारे है, प्यारी दा अर्थ भी प्यारी है। सो इंज अर्थ बनिया प्यारियां दे प्यारे या अत्यंत प्यारे प्रभु नूं आओ फिर खोजंतिया, मैं लभदी फिरदी हाँ। ऐसा दस प्यारे, उस प्यारे प्रभु दा पता दस दियो। इन्हें जी दस दईए ताकि देवेंगे। सिर धरी उतारे, प्रतख सिर या हंकार रूपी सिर ला के थोड़े चरणों में धर देंगे। हूँ मन अरबी सब तन अरबी, हूँ मन अरबी सब तन अरबी, अरबी सब देसा। हूँ सिर अरबी तिस मोहित प्यारे, जो प्रभ देश देसा। जिहड़ा सानू सुनिया ही दे दे, मैं सिर भी ला के उहदे चरणों च बेटा रख देंगे। साहिब की बात जी आखे, कहो नानक क्या दीजै। जे तेनों कोई मालक की गल सुनाए, महाराज की कथा सुनाए, जे कोई तेनों टैलीफोन नंबर दे दे, फोन नंबर सानू किते मिल जाए, जिधर आप महाराज नाल गल कर सकीए, तो दसो कितनी खुशी होएगी। सतगुरु जी कहते भी जे तेन फोन नंबर ही दे दईए, वो एड्रैस वो पता दस दईए, चिट्ठी पत्र का दस की देगा गुरमुखा सानू। कहते महाराज और मेरे को की है, शीस वड्डे कर बैसन दीजै, बिन सिर सेव करीजै। तुसीं फोन नंबर तो दिओ, महाराज नाल गल तो कराओ, मैं सिर ला के तुहाडे बैठण लई जां परमात्मा दे बैठण लई मूढ़ा बना के देंगे। तो कहते फिर सेवा किवें करेंगे। इन्ना उत्साह मन दे विच कहते बिना ही सिर तो सेवा करांगे। जिवें धन बाबा दीप सिंह साहब ने सेवा की शीश तो बगैर,
ਪੰਜ ਪਿਆਰੇ ਸਾਹਿਬਾਨਾਂ ਨੇ ਵੇਖੋ ਸਿਰ ਤੋਂ ਬਗੈਰ ਹੀ ਸੇਵਾ ਕੀਤੀ। ਸੀਸ ਤਾਂ ਭੇਟਾ ਕਰ ਦਿੱਤਾ ਮਹਾਰਾਜ ਦੀ ਸੇਵਾ ਦੇ ਵਿੱਚ, ਤੇ ਫਿਰ ਬਿਨਾਂ ਹੀ ਸੀਸ ਤੋਂ ਸੇਵਾ ਨਿਭਾਈ। ਗੁਰੂ ਸਾਹਿਬ ਨੇ ਕਿਰਪਾ ਕਰਕੇ ਫਿਰ ਜੀਵਤ ਕਰ ਦਿੱਤਾ। ਫਿਰ ਮਹਾਰਾਜ ਨੇ ਆਖਿਆ ਵੀ ਇਹ ਪੰਜ ਪ੍ਰਮਾਣ ਪੰਜ ਪ੍ਰਧਾਨ ਨੇ। ਗੁਰਦੁਆਰੇ ਦਾ ਪ੍ਰਧਾਨ ਜਿਹਨੇ ਬਹੁਤੀ ਡੋਨੇਸ਼ਨ ਦਿੱਤੀ ਉਹ ਨਹੀਂ, ਤੇ ਮਹਾਰਾਜ ਕਹਿੰਦੇ ਜਿਹਨੇ ਸਿਰ ਦਿੱਤਾ ਹੈ ਕੁਰਬਾਨੀ ਵਾਲੇ, ਇਸ ਘਰ ਦੇ ਮੁਖੀਏ ਨੇ। ਸੰਤਨ ਹੱਥ ਰਾਖੀ ਕੁੰਜੀ, ਜਿਹੜੀਆਂ ਜੰਦਰੇ ਦੀਆਂ ਕੁੰਜੀਆਂ ਗੋਲਕ ਦੀਆਂ ਚਾਬੀਆਂ ਨੇ, ਇਹ ਸ਼ਹੀਦਾਂ ਦੇ ਹੱਥ ਮਹਾਰਾਜ ਨੇ ਫੜਾਈਆਂ ਨੇ। ਪਰ ਲੋਕ ਦੇ ਵਿੱਚ ਦੇਵਤਿਆਂ ਸਵਰਗਾਂ ਨੂੰ ਵੀ ਖਾਣਾ ਦਾਣਾ ਸੱਚੇ ਪਾਤਸ਼ਾਹ ਜੀ ਇਹਨਾਂ ਸ਼ਹੀਦਾਂ ਦੇ ਰਾਹੀਂ ਵਰਤਾਉਂਦੇ ਨੇ। ਇਹਨਾਂ ਨੂੰ ਹੀ ਪ੍ਰਧਾਨ ਬਣਾਇਆ ਹੋਇਆ ਸਿਰ ਦੇਣ ਵਾਲਿਆਂ ਦਾ। ਵੇਖਣ ਵਾਲਾ ਹੈਰਾਨ ਹੁੰਦਾ ਵੀ ਉਮਰਾਂ ਛੋਟੀਆਂ ਜੀਆਂ ਤੇ ਵੇਖੋ ਕਿੰਨੀ ਤਰੱਕੀ ਹੈ। ਪਰ ਅਸੀਂ ਬਜ਼ੁਰਗ ਹੋ ਗਏ, ਕਮਾਈ ਕਰਦੇ ਹਾਂ, ਕਿਤੇ ਰੁਪਈਆ ਕਿਸੇ ਨੂੰ ਦਿਖਾਇਆ ਤੱਕ ਨਹੀਂ। ਸਭ ਉਮਾ ਕੰਮ ਆਪਣੇ ਕੋਲ ਸਾਂਭ ਕੇ ਰੱਖੀਆਂ ਹੋਈਆਂ। ਪਰ ਜਿਨ੍ਹਾਂ ਜਵਾਨਾਂ ਨੇ ਆਪਣੀਆਂ ਜਾਨਾਂ ਦੇਸ਼ ਤੇ ਕੌਮ ਵਾਸਤੇ ਭੇਟਾ ਕੀਤੀਆਂ, ਉਹਨਾਂ ਨਾਲ ਉਹ ਬੰਦਾ ਕੀ ਬਰਾਬਰੀ ਕਰ ਸਕਦਾ ਹੈ ਜਿਹਨੇ ਇੱਕ ਰੁਪਈਆ ਵੀ ਦਾਨ ਨਹੀਂ ਦਿੱਤਾ। ਦਾਨ ਪੁੰਨ ਨਹੀਂ ਸੰਤਨ ਸੇਵਾ ਜਿਤ ਹੀ ਕਾਜ ਨਾ ਆਇਆ। ਇਸ ਲਈ ਸੀਸ ਦੀ ਭੇਟਾ ਸਭ ਤੋਂ ਉੱਤਮ ਭੇਟਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਵਚਨ ਨੇ, ਜੋ ਤੋ ਪ੍ਰੇਮ ਖੇਲਣ ਕਾ ਜਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਤੁਮਾਰਕ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਿਰ ਦੇ ਕੇ ਵੀ ਨਹੀਂ ਕਹਿਣਾ ਕਿ ਮੈਂ ਸਿਰ ਦਿੱਤਾ ਹੈ। ਨਿਰਹੰਕਾਰ ਵਾਲੀ ਅਵਸਥਾ। ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ, ਉਹਨਾਂ ਦੀ ਕਥਾ ਕਰਨ ਦਾ ਤਰੀਕਾ ਕੁਛ ਆਪਣੀ ਕਿਸਮ ਦਾ, ਉਹਨਾਂ ਦਾ ਆਪਣਾ ਹੀ ਹੈ। ਅੰਦਾਜ਼ ਬਹੁਤ ਹੀ ਜ਼ਿਆਦਾ ਰੌਚਕ ਹੈ। ਮੈਂ ਉਹਨਾਂ ਤੋਂ ਕਥਾ ਸੁਣੀ ਤੇ ਮੈਨੂੰ ਇਹ ਗੱਲ ਬੜੀ ਚੰਗੀ ਲੱਗੀ। ਕਹਿੰਦੇ ਵਾਹਿਗੁਰੂ ਜੀ ਦੇ ਨਾਲ ਜੇ ਗੱਲ ਕਰਨੀ ਹੋਏ, ਵਚਨ ਕਰਨੇ ਹੋਣ, ਅੱਜ ਕੱਲ੍ਹ ਫੋਨਾਂ ਦਾ ਜ਼ਮਾਨਾ ਹੈ। ਮਹਾਰਾਜ ਦਾ ਮੋਬਾਈਲ ਨੰਬਰ ਹੈ 511। ਇੱਥੇ ਸਿੱਧੀ ਡਾਇਰੈਕਟ ਜਿਸ ਤਰ੍ਹਾਂ 100 ਨੰਬਰ ਡਾਇਲ ਕਰਨ ਤੇ ਪੁਲਿਸ ਆਉਂਦੀ, ਤੇ 101 ਨੰਬਰ ਦੇ ਐਂਬੂਲੈਂਸ, ਇਹ ਵੱਖੋ ਵੱਖਰੇ ਨੰਬਰ ਨੇ। ਇਹ ਰੱਬ ਦਾ ਸਿੱਧਾ ਹੀ ਨੰਬਰ ਹੈ 511। ਇਹ ਡਾਇਲ ਕਰੋ ਤੇ ਸਿੱਧੀਆਂ ਰੱਬ ਨਾਲ ਗੱਲਾਂ ਕਰੋ। ਤੁਸੀਂ ਹੈਰਾਨ ਹੋਵੋਗੇ ਇਹ ਨੰਬਰ ਕੈਸਾ ਹੈ। ਉਹ ਗਿਆਨੀ ਜੀ ਨੇ ਇਹਨੂੰ ਐਕਸਪਲੇਨ ਕੀਤਾ, ਮੈਨੂੰ ਬਹੁਤ ਚੰਗਾ ਲੱਗਾ। ਕਹਿੰਦੇ ਪੰਜ ਦਾ ਭਾਵ ਤਾਂ ਪੰਜ ਬਾਣੀਆਂ। ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਸ੍ਰੀ ਜਪਜੀ ਸਾਹਿਬ, ਸ੍ਰੀ ਜਾਪ ਸਾਹਿਬ, ਤੋ ਪ੍ਰਸਾਦ ਸਵਈਏ, ਚੌਪਈ ਤੇ ਆਨੰਦ ਸਾਹਿਬ। ਇਹ ਪੰਜ ਬਾਣੀਆਂ ਅੰਮ੍ਰਿਤ ਵੇਲੇ। ਤੇ ਇੱਕ ਸੰਨਿਆ ਸੋਦਰ ਗਾਵਣਾ, ਮਨ ਮੇਲੀ ਕਰ ਮੇਲ ਮਨੰਦੇ, ਸੰਧਿਆ ਦੇ ਵਕਤ ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ। ਕਈ ਵਾਰ ਸ਼ਾਮਾਂ ਨੂੰ ਸਾਨੂੰ ਢਲਿਆਈ ਹੋ ਜਾਂਦੀ ਹੈ। ਕਾਰੋਬਾਰੀ ਐਸੇ ਨੇ, ਮੈਂ ਮੁਸਲਮਾਨਾਂ ਦਾ ਨਿਯਮ ਵੇਖਿਆ ਕਿ ਜਿੱਥੇ ਵੀ ਨਮਾਜ਼ ਦਾ ਟਾਈਮ ਹੋਵੇ ਉੱਥੇ ਹੀ ਉਹ ਚੌਂਕੜਾ ਮਾਰ ਕੇ ਬੈਠ ਜਾਂਦੇ ਨੇ, ਭਾਵੇਂ ਦੁਕਾਨ ਤੇ ਹੋਣ ਤੇ ਭਾਵੇਂ ਬੱਸ ਸਟੈਂਡ ਤੇ ਹੋਣ। 2 ਵਾਰ ਮੈਂ ਨੋਟ ਕੀਤਾ, ਨਮਾਜ਼ ਦਾ ਟਾਈਮ ਹੋਇਆ ਹੈ, ਉਸੇ ਵਕਤ ਜਿੰਨੇ ਮਰਜ਼ੀ ਗਾਹਕ ਖੜੇ ਨੇ ਉਹਨਾਂ ਸ਼ਟਰ ਸੁੱਟ ਕੇ ਤੇ ਦੁਕਾਨ ਦੇ ਅੱਗੇ ਆਪਣਾ ਮਸੱਲਾ ਵਿਛਾ ਕੇ ਗੋਡੀਆਂ ਦੀਆਂ ਮੋਢੀਆਂ ਮਾਰ ਕੇ ਤੇ ਹੱਥ ਉੱਪਰ ਨੂੰ ਕਰਕੇ ਨਮਾਜ਼ ਅਦਾ ਕਰਨ ਲੱਗ ਪੈਣਾ। ਖੜੇ ਗਾਹਕ ਖੜੇ ਰਹਿਣ, ਕਿਉਂਕਿ ਜਿਹਨੂੰ ਮਰਨ ਤੋਂ ਬਾਅਦ ਜਾਨ ਦੇਣੀ ਹੈ ਉਹਦਾ ਨਾਮ ਵੀ ਤਾਂ ਲੈਣਾ ਚਾਹੀਦਾ।
जिंदगी तो इसी तरह चलती रहनी है, काम तो किसी मुकाए नहीं कि नहीं ना कि ये काज माया पूरे। एक मैं माता बजुर्ग वेखदा हुंदा, बुधवार बीबियां का सत्संग होना, उन्हें दबल के मशीन चलानी अपनी रोजी रोटी खातर। जो सवेर तो रात के 12 बजे तक, पर जब सत्संग का टाइम होना बुधवार, जिन्ने मर्जी गाहक बैठे हो माइया बीबियां, तो मैनू काली आ जी आओ जी, उन्हें सब कुछ सुट गया तो दौड़ जाना, कहना भी परमात्मा को जान देनी है, कुछ वह भी नाम लेना चाहिए, कामां दे नाल थोड़ो जाना। घड़ी घंटा बीबियां के सत्संग च जरूर जाना, आज पढ़ो हसरना। दुनिया का तो यही हाल है, भज के आना पैंदा है। तो इंज मुसलमान निजम के बड़े पक्के ने, एक तो 12 साल के बच्चे की सुन्नत कर देंगे, तो असी अमृत छकण नूं तैयार नहीं होंगे। दूजा वो 5 नमाज़ां का टाइम बिल्कुल टाइम सिर, जो भी टाइम होया भावें 5 या 10 मिनट आसमानी मसीत है, जो नमाज का समा होंदा हफ्ते बाद शुक्रवार की शाम को शायद पढ़ते हैं, तो बिल्कुल टाइम सिर एन मौके पर सैकल ही सैकल। कई बार वेख के बंदा समझदा भीड़ काहदी लग गई, कोई मिस्त्री है, कोई मजदूर है, सब लेबर टपका सब काम छड्ड के उन्हें कहना भी साडा मसीह का टाइम हो गया। सानू सिखां नूं रह रस के टाइम का पता ही नहीं कि रह रस का टाइम भी है, समय सिर सोदर का पाठ करना। एक ज्ञानी बलविंदर पाल सिंह जी बुड्ढर, उन्हों की गल मैनूं बड़ी कारगर लगी। कहते जे टाइम ना होवे, पहली गल तो रहरस के टाइम से पूरी रहरस का पाठ करो, 10 15 20 मिनट टिका दे नाल। जे बहुती गालियां 5-7 मिनटों भी हो जाती, जे इन्ना भी टाइम नहीं साडे कोल ते कहो नानक हम नीच कर्मा, जिथों तक महाराज गुरु ग्रंथ साहब जी लिखी इन्नी पढ़ लो, बाकी जो टाइम लगा लो पढ़ लो। जे इन्ना भी टाइम नहीं तो सोदर का कीर्तन सचखंड भी होंदा है, कला सोदर ही पढ़ो जिहड़ा रागी सिंह बाजी से पढ़ते हैं। फिर जो बाकी टाइम लगा उदों बाकी वड्डी रहरस कर दो। शाम को रात को सौन लग्या कीर्तन सवेले का पाठ, तो इस वास्ते ये महाराज ने बातें मारनिया ने, फोन पर गल्लां करनिया ने, 5 1 नंबर डायल करने का भाव ही है। तो वाह महाराज तू चो सज्जन नंडिया देई शेषी उतार, नैन महिंदे तरसदे कद पसी दीदार। बाणी पढ़ी का यह लाभ है कि महाराज के दर्शन होंदे ने। जे तुसी दान करो पुण्य करो तो स्वर्गां च वासा हुंदा, जे कोई तप करे तो ब्रह्मलोक विच जाता है, जे कोई योगी योगा अभ्यास करे तो शिवपुरी दे विच वासा पाउंदा। पर जिहड़ा गुरु ग्रंथ साहिब नूं मनदा, कथा कीर्तन बाणी पाठ पूजा माड़ा वेरदा सिमरन करदा, उहदा फल ये है कि उन्होंने परमात्मा के दर्शन होंदे ने, वाहिगुरू जी की प्राप्ति होती है। ये महाराज आपके दर्शन वास्ते असीं तरसदे पए हाँ। बुढ़ा हुआ सीख वलीर कंबल लगी दे, जिसो वरिया जीवना पीतन हो सीखे। तन सुक्का पिंजर पिया तलियां खुंडे टाग, अजय सुरब न बोहड़ियो देख बंदे के भाग। कागा करंग ढोलिया सगला खाया मास, ये दो ही नैना मत शुभ फिर देखन की आस। देखो धन भगत नी साहब के पावन श्लोक, सारे श्लोकों के महाराज जी के दर्शनों की कड़प के तान वैराग है। आओ फिरो खो जंतियां, आपको लभदी फिरदियां हैं जी। दास प्यारे सिर धरी उतारे, इस प्यारे परमेश्वर का पता दस दियो ते इन्हें सिर ला के भेटा रखनी
ਦੀਜੈ। ਹੁਣ ਜੇ ਕਿਸੇ ਨੂੰ ਆਪਾਂ ਫੋਨ ਕਰੀਏ ਕਿ ਸਾਨੂੰ ਆ ਕੇ ਮਿਲ, ਅਗਲਾ ਵਿਹਲਾ ਥੋੜ੍ਹਾ ਬੈਠਾ ਸਾਡੇ ਲਈ, 100 ਕੰਮ ਨੇ। ਜਦੋਂ ਟਾਈਮ ਹੁਣ ਮਿਲ ਪਊਗਾ। ਹੁਣ ਪਰਮਾਤਮਾ ਨੂੰ ਵੇਖੋ ਕਿੰਨੇ ਕੰਮ ਹਨ। ਸਭ ਸੰਸਾਰ ਨੂੰ ਰੋਜੀ ਰੋਟੀ ਦੇਣੀ, ਕਿਸੇ ਨੂੰ ਜਨਮ ਦੇ ਰਿਹਾ, ਕਿਸੇ ਦੀ ਉਮਰ ਪੂਰੀ ਕਰਕੇ ਉਹਦਾ ਲੇਖਾ ਕਰ ਰਿਹਾ। ਜੇ ਡੇਲੀ ਆਪਾਂ ਨੰਬਰ ਡਾਇਲ ਕਰਾਂਗੇ ਵੀ ਮਹਾਰਾਜ ਸਾਨੂੰ ਮਿਲੋ ਜੀ, ਸੱਚੇ ਪਾਤਸ਼ਾਹ ਦਰਸ਼ਨ ਕਰੋ, ਇਹ ਹੁਣ ਰੱਬ ਦੀ ਮਰਜ਼ੀ ਹੈ। ਵਿਹਲਾ ਥੋੜ੍ਹਾ ਬੈਠਾ ਸਾਡੇ ਲਈ ਵੀ ਅੱਜ ਹੀ ਆ ਜਾਊਗਾ। ਕੀਤਾ ਉਹਦੀ ਮਰਜ਼ੀ, ਉਹਦਾ ਸਮਾਂ ਕਦੋਂ ਹੋਵੇ। ਉਹ ਸਾਲ ਨੂੰ ਵੀ ਆ ਸਕਦਾ, 2 ਸਾਲਾਂ ਨੂੰ ਵੀ ਆ ਸਕਦਾ। ਇਉਂ ਮਨ ਵਿੱਚ ਆਸਾ ਹੋਵੇ ਤੇ ਮਹਾਰਾਜ ਜ਼ਰੂਰ ਦਰਸ਼ਨ ਬਖਸ਼ਦਾ। ਇੰਝ ਬੇਨਤੀ ਕਰੋ ਵੀ ਸੱਚੇ ਪਾਤਸ਼ਾਹ ਮੈਂ ਬਹੁਤਾ ਟਾਈਮ ਨਹੀਂ, ਜੇ ਤੁਹਾਡੇ ਕੋਲ ਬਹੁਤਾ ਸਮਾਂ ਨਹੀਂ ਦਰਸ਼ਨ ਦੇਣ ਲਈ, ਤੇ ਇੱਕ ਭੋਰੀ ਦਰਸ਼ਨ ਦੀਜੈ। ਮੈਨੂੰ ਭੋਲੀ ਨੂੰ ਇੱਕ ਰੰਚਕ ਮਾਤਰ, ਭੋਰਾ ਮਾਤਰੀ ਦਰਸ਼ਨ ਦੇ ਦਿਓ ਜੀ। ਇਸੇ ਪ੍ਰਕਾਰ ਤਿਸ 10 ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ। ਇਸ ਪਿਆਰੇ ਪਰਮੇਸ਼ਰ ਦਾ ਪਤਾ ਦੱਸ ਦਿਓ, ਮੈਂ ਸਿਰ ਲਾ ਕੇ ਭੇਟਾ ਰੱਖ ਦਿਆਂਗੀ। ਇੱਕ ਮੈਨੂੰ ਭੋਲੀ ਨੂੰ ਰੰਚਕ ਮਾਤਰ ਦਰਸ਼ਨ ਕਰਾ ਦਿਓ, ਜਿਸ ਕਰਕੇ ਗਿਆਨ ਰੂਪੀ ਭੋਰੀ ਦਾ ਮਤਲਬ ਹੈ ਦਿਨ ਚੜ੍ਹੇ, ਜਾਂ ਸਾਡੀ ਭੋਲੀ ਬਿਰਤੀ ਨੂੰ ਇਹ ਭੋਰੀ ਪ੍ਰਕਾਸ਼ ਨੂੰ ਬ੍ਰਹਮ ਆਪਣੇ ਦਰਸ਼ਨ ਦੇਣਾ ਕਰੋ ਜੀ। ਐਨ ਹਮਾਰੇ ਪ੍ਰਿਯ ਰੰਗ ਰੰਗਾਰੇ, ਸਾਡੇ ਨੇਤਰ ਪਿਆਰੇ ਪ੍ਰੀ ਦੇ ਰੰਗ ਦੇ ਵਿੱਚ ਰੰਗੇ ਗਏ ਹਨ। ਕਾਤਲ ਪੇ ਨਾ ਤਰੀਜੈ, ਉਸ ਵਾਹਿਗੁਰੂ ਨੂੰ ਮਿਲੇ ਤੋਂ ਬਿਨਾਂ ਇੱਕ ਦਿਲ ਮਾਤਰ ਵੀ ਧੀਰਜ ਨਹੀਂ ਹੋ ਸਕਦਾ ਹੈ। ਪ੍ਰਭ ਸਿਉ ਮਨ ਲੀਨਾ, ਆਤਮਾ ਨਾਲ ਆ ਸਾਡਾ ਮਨ ਇਸ ਤਰ੍ਹਾਂ ਲੀਨ ਹੋਇਆ, ਭਾ ਮਿਲਿਆ ਹੈ। ਜਉ ਜਲ ਮੀਨਾ, ਜਿਵੇਂ ਮੱਛੀ ਦਾ ਪਾਣੀ ਨਾਲ ਮਿਲਿਆ ਹੁੰਦਾ ਹੈ, ਮੱਛੀ ਵਾਂਗ ਆ ਸਾਡਾ ਮਨ ਰੂਪ ਮੱਛ ਆਪ ਜੀ ਦੇ ਦਰਸ਼ਨ ਰੂਪ ਜਲ ਤੋਂ ਬਿਨਾਂ ਨਹੀਂ ਰਹਿ ਸਕਦਾ। ਚਾਤ੍ਰਿਕ ਜਿਵੈ ਤੇ ਸੰਤੀਆ, ਹਰ ਪਪੀਏ ਵਾਂਗ ਦਰਸ਼ਨਾਂ ਲਈ ਤਰਸਦਾ ਰਹਿੰਦਾ ਹੈ। ਪਪੀਆ ਜਿਵੇਂ ਸਵਾਂਤੀ ਬੋਧ ਨੂੰ ਤਰਸਦਾ ਰਹਿੰਦਾ, ਤਿਵੇਂ ਹੀ ਸਾਡਾ ਮਨ ਰੂਪ ਪਪੀਆ ਆਪ ਜੀ ਦੇ ਦਰਸ਼ਨਾਂ ਦੀ ਪਿਆਸ ਵਾਲਾ ਹੋ ਰਿਹਾ ਹੈ। ਇਹ ਗੁਰੂ ਰੂਪੀ ਬੱਦਲ ਅਪੀਦ ਨਿਸ਼ਚੇ ਰੂਪ ਉਪਦੇਸ਼ ਦੀ ਕਦ ਵਰਖਾ ਕਰਨਗੇ। ਚੰਦ ਚਕੋਰ ਪ੍ਰੀਤ ਹੈ, ਲਾਇ ਤਾਰ ਨੇ ਹਰਲੇ, ਸਕਵੀ ਸੂਰਜ ਹੇਤ ਹੈ, ਮਿਲ ਹੋਣ ਸੁਖਲੇ, ਨੇਹੂ ਕਵਲ ਜਲ ਜਾਣੀ ਹੈ, ਜੜ ਮੂੰਹ ਵੇਖ ਲੈ, ਮੋਰ ਬਬੀਹੇ ਬੋਲਦੇ, ਵੇਖ ਬੱਦਲ ਕਰ ਲੈ, ਨਾਰ ਪਧਾਰ ਪਿਆਰ ਹੈ, ਮਾਂ ਪੁੱਤ ਸੰਭਲੇ, ਪੀਰ ਮੁਰੀਦਾਂ ਪਿਰਹੜੀ ਉਹ ਨਿਵਹਿ ਨਾਲੇ। ਸਿਆਣਿਆਂ ਨੇ ਪਰਮੇਸ਼ਰ ਦੇ ਪਿਆਰਿਆਂ ਦੀਆਂ 9 ਨਿਸ਼ਾਨੀਆਂ ਲਿਖੀਆਂ ਨੇ। 9 ਨਿਸ਼ਾਨੀਆਂ। ਆਸ਼ਕਾਰ ਨਮ ਨਿਸ਼ਾਨੀ ਐ ਬਿਸਰ, ਆਸ਼ਰਦੂ ਰੰਗ ਜ਼ਰਦੂ ਚਸ਼ਮ ਤਰ, ਕਮ ਗੁਫਤਨੋ ਕਮ ਖੁਰਦਨੋ ख्वाब शहरा, इंतजारी बेकरारी दस्त सर। एक श्री नारायण हरि उपदेश नामे पुस्तक है जो पंडित हरदेव जी ने लिखी हुई है। ਉਹਦੇ ਵਿੱਚ ਇਹ ਨਿਸ਼ਾਨੀਆਂ ਲਿਖੀਆਂ ਨੇ ਕਿ ਆ ਸ਼ਰਦੋ ਜਿਹੜੇ ਪ੍ਰੇਮੀ ਨੇ ਰੱਬ ਦੇ, ਉਹਨਾਂ ਨੂੰ ਠੰਡੇ ਸਾਹ ਆਉਂਦੇ ਨੇ, ਠੰਡੇ ਹੌਲੇ ਲੈਂਦੇ ਰਹਿੰਦੇ। ਰੰਗ ਜ਼ਰਦੋ ਜਿਵੇਂ ਫਲ ਪਹਿਲਾਂ ਪੀਲਾ ਰੰਗ ਹੁੰਦਾ, ਪਹਿਲਾਂ ਹਰਾ ਹੁੰਦਾ, ਫਿਰ ਪੀਲਾ ਹੁੰਦਾ, ਫਿਰ ਪੱਕ ਕੇ ਲਾਲ ਹੁੰਦਾ। ਕਿਉਂ ਜਿਹਨੂੰ ਅਜੇ ਪ੍ਰਾਪਤੀ ਨਹੀਂ ਹੋਈ ਉਹਦਾ ਰੰਗ ਡੱਬ ਖੜਬਾ ਪੀਲਾ ਜਿਹਾ ਹੋਣਾ। ਮਹਾਰਾਜ ਦੀ ਉਡੀਕ 'ਚ ਚਸ਼ਮ ਤਰ, ਨੇਤਰ ਤਰ ਰਹਿਣੇ, ਹਮੇਸ਼ਾ ਅਥਰੂ ਵਗਦੇ ਰਹਿਣੇ। ਮੈਂ ਕੱਲ੍ਹ ਵੀ ਆਖਿਆ ਸੀ ਕਿ ਜਿਹਦੀਆਂ ਅੱਖਾਂ 'ਚ ਅਥਰੂ ਨਹੀਂ, ਸਮਝ ਲਓ ਕਿ ਉਹ ਪੱਥਰ ਹੈ, ਬੰਦਾ ਹੈ ਹੀ ਨਹੀਂ, ਸਮਝ ਲਓ ਕਿ ਮੁਰਦਾ ਹੈ। ਰੋਣਾ ਵੈਸੇ ਮਨਾ ਹੈ, ਜੋ ਰੋਵੇ ਸੋਈ ਪਤ ਹੋਵੇ, ਪਰ ਰੱਬ ਦੀ ਪ੍ਰਾਪਤੀ ਲਈ ਰੋਣਾ ਇੱਕ ਪਿਆਰ ਹੈ, ਇੱਕ ਵਿਰੋਹ ਹੈ, ਜਿਹਦੇ ਨਾਲ ਪਾਪ ਧੋਤੇ ਜਾਂਦੇ ਹਨ। ਕੰਮ ਗੁਫਤ ਨੂੰ ਘੱਟ ਬੋਲਣਾ,
ਕੰਮ ਖੁਰਦ ਨੂੰ ਖਾਣਾ ਘੱਟ ਕਰ ਦੇਣਾ, ਪਾਪ ਸ਼ਹਨਾ ਨੀਂਦ ਹਰਾਮ ਹੋ ਜਾਣੀ, ਇੰਤਜ਼ਾਰੀ ਉਡੀਕਦੇ ਰਹਿਣਾ, ਬੇਕਰਾਰੀ ਚਿਤ ਖਟਪਟਾ ਬੇਚੈਨੀ ਹੋਣੀ, ਹਰ ਦਸਤ ਸਾਰ ਮੱਥੇ ਤੇ ਹੱਥ ਰੱਖ ਕੇ ਸੋਚਦੇ ਰਹਿਣਾ ਕਿ ਸਾਡੇ 'ਚ ਕੀ ਔਗਣ ਹੈ, ਅਸੀਂ ਉਹਨੂੰ ਦੂਰ ਕਰੀਏ। ਸੱਚੇ ਪਾਤਸ਼ਾਹ ਸਾਨੂੰ ਕਿਉਂ ਨਹੀਂ ਦਰਸ਼ਨ ਦੇ ਰਹੇ? ਜਿਵੇਂ ਪੰਜਵੇਂ ਸਤਿਗੁਰੂ ਜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਆਗਿਆ ਬਣ ਕੇ ਲਾਹੌਰ ਵਿਖੇ ਜਾ ਕੇ 1 ਸਾਲ ਪਰ ਉਡੀਕਦੇ ਰਹੇ ਕਿ ਗੁਰੂ ਸਾਹਿਬ ਕਦ ਬੁਲਾਉਂਦੇ ਨੇ। ਚਿੱਠੀਆਂ ਲਿਖ ਲਿਖ ਭੇਜੀਆਂ, ਮੇਰਾ ਮਨ ਲੋਚੈ ਗੁਰ ਦਰਸ਼ਨ ਦਾਈ, ਬਿਰਬ ਕਰੇ ਚਾਤਰ ਕੀ ਨਿਆਈ, ਤ੍ਰਿਖਣ ਉਤਰੈ ਸਾਂਝ ਨ ਆਵੈ, ਬਿਨ ਦਰਸ਼ਨ ਸੰਤ ਬਿਆਰੇ ਜੀਓ, ਹਉ ਖੋਲੀ ਜੀਓ ਘੋਲ ਕਮਾਈ, ਗੁਰ ਦਰਸ਼ਨ ਸੰਤ ਬਿਆਰੇ ਜੀਓ। ਇਉਂ 3 ਚਿੱਠੀਆਂ ਭੇਜੀਆਂ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਆਪਣੇ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੀ ਜੀਓ, ਹਉ ਖੋਲੀ ਜੀਓ ਘੋਲ ਕਮਾਈ, ਤੇ ਸੱਚੇ ਗੁਰ ਦਰਬਾਰੀ। ਤੀਜੀ ਚਿੱਠੀ ਤੋਂ ਬਾਅਦ ਜਿਹੜਾ ਚੌਥਾ ਬੰਦ ਹੈ, ਫਿਰ ਜਦ ਮਹਾਰਾਜ ਨੇ ਤੀਜੀ ਚਿੱਠੀ ਪੜ੍ਹੀ, 2 ਚਿੱਠੀਆਂ ਪ੍ਰਤੀ ਨੇ ਲਿਖਾ ਲਈਆਂ, ਬਾਬੇ ਬੁੱਢੇ ਨੂੰ ਭਾਈ ਗੁਰਦਾਸ ਨੂੰ ਭੇਜ ਕੇ ਬੁਲਾਇਆ, ਤਾਂ ਦਰਸ਼ਨ ਕਰਕੇ ਚੌਥਾ ਬੰਦ ਵਿਚਾਰਿਆ। ਗੁਰੂ ਸਾਹਿਬ ਦੇ ਹੁਕਮ ਮੁਤਾਬਕ ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ में पाया, सेव करी पर जसन विछड़ा, जन नानक दास तुम्हारे जियो, हूँ खोली जियो कोल कमाई, जन नानक दास तुम्हारे जियो। ये महाराज और रह ना सका मैंने देखे प्रीतम, न दीन वही वह चले जियो। आपके दर्शन तो बगैर मेरे नेत्र नम रहिंदे ने, विछोड़ा सुने दुख मैं डिठे मरियो, बाज प्यारे अपने बिरही ना तीरो। सो महाराज आप तो बगैर साड़ी जिंदगी हराम है, साढ़े जीवन में त्रिगा काल है, जे आपके दर्शन ही नहीं हुए। बाबा अतर सिंह जी मस्तवाना साहब वाले गोदावरी दे विच डुब के मरन लगे, इंदे ने गुरुद्वारा लंगर साहब के बिल्कुल सामने उन्होंने जगह बनी हुई है। मस्तवाना साहब, हजूर साहब, लंगर साहब के बिल्कुल सामने है। महापुरखों की याद में 1.25 लाख कहते उन्होंने जपजी साहब का पाठ किया, कि कलगीधर जी के दर्शन हो, पाठ पूरा हो गया। 1.25 लाख अरदास भी की, महाराज के दर्शन होए ही ना। उन्होंने रोड़ गिन के कंधे से रख लेने, पाठ करके रोड़ सुट देना, क्यों गिनती करनी। कहते कि मेरी जिंदगी में त्रिगा काल है, डुब के मरना चंगा, तेनों जीवन का अधिकार नहीं, तू महाराज के दर्शन ही नहीं कर सकता। जब गल तक पानी च गए तो साहिबा ने कन्ना में आवाज़ दी, कहते संत जी जिद नहीं करी दी, मरना चंगा नहीं है, जिंदगी बड़ी दुर्लभ है। कहते महाराज भातों बगैर की फायदा, दर्शन क्यों नहीं हो रहे? कहते इंज थोड़ो होते हैं, गुरुद्वारे होंगे, गुरुद्वारे आ जा। रात के 12 बजे आई गुरुद्वारा नगीना घाट, कहते महाराज हम कलिया नहीं मिलना, तुहाडे नाल सिंह भी होने चाहिए ने, साहिबजादे ते 5 प्यारे। कहते गुरुद्वारे आ जाई, दर्शन गुरुद्वारे होंदे ने। इस तो बाद महापुरख रात के 12 बजे गुरुद्वारा नगीना घाट गए। लिखण वाले ने ये तो अगे की साखी नहीं लिखी, क्योंकि ये गल्लां कहण दियां जां सुणाउण दियां जां लिखण दियां नहीं हुंदियां। ये तो महाराज की कृपा है, जिन हर पाया तिने छपाया। ये मन्निया जाता है कि कलगीधर महाराज महापुरख संत बाबा अतर सिंह जी मस्तवाना साहब वाले मिले, साहिबजादे 5 प्यारियां समेत
ਤੇ ਹੁਕਮ ਕੀਤਾ ਕਿ ਪੰਜਾਬ ਦੀ ਧਰਤੀ ਤੇ ਜਾਓ, ਉੱਥੇ ਜਾ ਕੇ ਮਾਲਵੇ ਦੇ ਵਿੱਚ ਧਾਰਨਾ ਵਾਲਾ ਕੀਰਤਨ ਪ੍ਰਾਰੰਭ ਕਰੋ। ਸਿੱਧੀਆਂ ਧਾਰਨਾ ਦੇ ਨਾਲ ਸੰਗਤਾਂ ਨੂੰ ਗੁਰੂ ਘਰ ਨਾਲ ਜੋੜੋ। ਸੋ ਮਹਾਂਪੁਰਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਧਾਰਨਾ ਦਾ ਕੀਰਤਨ ਕਰਕੇ ਬੇਅੰਤਾਂ ਨੂੰ ਗੁਰੂ ਦੇ ਲੜ ਲਾਇਆ। ਸੋ ਐਸੇ ਮਹਾਰਾਜ ਦੇ ਦਰਸ਼ਨ ਹਨ। ਜਾਨ ਨਾਨਕ ਗੁਰਪੂਰਾ ਪਾਇਆ। ਸਤਿਗੁਰੂ ਜੀ ਕਥਨ ਕਰਦੇ ਨੇ, ਜਿਸ ਵੇਲੇ ਮੈਂ ਦਾਸ ਨੇ ਪੂਰੇ ਗੁਰਾਂ ਨੂੰ ਪਾਇਆ ਜਾਂ ਗੁਰਾਂ ਦੁਆਰੇ ਪੂਰਾ ਪ੍ਰਭੂ ਪਾਇਆ। ਸਗਲੇ ਤਿਖਾਂ ਬੁਝੰਤੀਆ। ਪਦਾਰਥਾਂ ਦੀ ਸਾਰੀ ਮੇਰੀ ਤ੍ਰੇਹ ਜਿਹੜੀ ਪਿਆਸ ਸੀ ਬੁਝ ਗਈ। ਯਾਰ ਵੇ ਇਹ ਪਿਆਰ ਦੀ ਬੋਲੀ ਹੈ, ਵੇ ਯਾਰ, ਇਹ ਸੰਤੋ ਜਾਂ ਇਹ ਵਾਹਿਗੁਰੂ ਜੀ, ਇਹ ਗੁਰੂ ਜੀ। ਰੇ ਹੱਪੇ ਸਖੀਆਂ। ਤੁਸੀਂ ਸਾਰੀਆਂ ਇਹ ਮਹਾਂਪੁਰਖ ਮੇਰੇ ਪਿਆਰੇ ਦੀਆਂ ਸਖੀਆਂ ਹੋ। ਮੂਹ ਕਹੀ ਨਾ ਜੇਹੀਆ। ਮੈਂ ਤੁਹਾਡੇ ਵਿੱਚੋਂ ਕਿਸੇ ਵਰਗੀ ਵੀ ਨਹੀਂ ਹਾਂ। ਇਹਦਾ ਵਾਚਕ ਹੈ ਜਿਹੜਾ ਵੀ ਹੈ, ਇਹ ਪਿਆਰੇ ਸੰਤੋ ਮਿੱਤਰ, ਸਾਰੀਆਂ ਜੋ ਸੰਤਾਂ ਰੂਪ ਜਾਂ ਜਗਿਆਸੂ ਰੂਪ ਸਹੇਲੀਆਂ, ਕੋਈ ਸ਼ਰਧਾ ਵਾਲੀ ਹੈ, ਕੋਈ ਪ੍ਰੇਮ ਵਾਲੀ ਹੈ, ਕੋਈ ਭਗਤੀ ਵਾਲੀ ਹੈ, ਕੋਈ ਗਿਆਨ ਵਾਲੀ, ਇਹਨਾਂ 'ਚੋਂ ਮੈਂ ਕਿਸੇ ਵਰਗੀ ਵੀ ਨਹੀਂ। ਪਰ ਮੇਰੇ ਵਿੱਚ ਇਹਨਾਂ ਵਰਗੇ ਗੁਣ ਨਹੀਂ ਹਨ। ਯਾਰ ਵੇ ਯਾਰ ਇਹ ਸੰਤੋ। ਇੱਕ ਡੂੰ ਇੱਕ ਚਾੜੈ। ਕਿ ਤੁਸੀਂ ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੀਆਂ ਹੋ। ਹਉ ਕਿਸ ਦੇਹੀਆ। ਮੈਂ ਕਿਸ ਤਰ੍ਹਾਂ ਪਿਆਰੇ ਦੇ ਚੇਤੇ ਰਹਿ ਸਕਦੀ ਹਾਂ। ਮੰਜ ਕੁਚ ਜੀ ਮਾਮਨ ਡੋਸੜੇ, ਹਉ ਕਿਉਂ ਸਭ ਰਾਮਣ ਜਾਓ ਜੀਓ। ਇੱਕ ਦੂ ਇੱਕ ਚੜ੍ਹਦੀਆਂ, ਕੌਣ ਜਾਣੈ ਮੇਰਾ ਨਾਮ ਜੀਓ। ਜਿਨੀ ਸਖੀ ਸਹੁਰਾਵਿਆ, ਸੇ ਅੰਬੀ ਛਾਪੜੀਏ ਜੀਓ। ਅੰਬ ਲੱਗੇ ਹੋਏ ਨੇ, ਅੰਬਾਂ ਦੀ ਛਾਂ ਕਿੰਨੀ ਸੋਹਣੀ ਹੈ। ਸਖੀਆਂ ਨੇ ਸੌ ਪਤੀ ਨੂੰ ਰਾਵਿਆ, ਉਹ ਅੰਬਾਂ ਦੀ ਛਾਂ ਵਰਗੀਆਂ ਨੇ। ਸੇ ਗੁਣ ਮੰਜ ਨਾ ਆਵਣੀ, ਉਹਨਾਂ ਵਰਗੇ ਗੁਣ ਮੇਰੇ 'ਚ ਨਹੀਂ ਆਉਂਦੇ। ਉਹ ਕਹਿ ਜੀ ਦੋਸ ਧਰਿਓ ਜੀਓ, ਕਿਹਨੂੰ ਮੈਂ ਦੋਸ਼ ਦੇਵਾਂ। ਇੱਕ ਤੂੰ ਇੱਕ ਚਾੜੇ ਅਨਕ ਪਿਆਰੇ। ਤੁਸੀਂ ਇੱਕ ਤੇ ਚੜ੍ਹਦੀ ਕਲਾ ਵਾਲੀਆਂ ਹੋ ਕੇ ਮੇਰੇ ਪ੍ਰਭੂ ਪਿਆਰੇ ਨਾਲ ਨਿਤ ਹੀ ਨਿਤ ਕਰਦੇ ਭੋਗ ਬਿਲਾਸਾ। ਅਨੇਕਾਂ ਭੋਗ ਵਿਲਾਸ ਕਰਦੀਆਂ ਹੋ। ਇਸੇ ਪ੍ਰਕਾਰ ਇੱਕ ਤੂੰ ਇੱਕ ਚਾੜੇ ਅਨਕ ਪਿਆਰੇ। ਇੱਕ ਤੋਂ ਇੱਕ ਚੜ੍ਹਦੀਆਂ ਅਵਸਥਾ ਵਾਲੇ, ਪਹਿਲੀ ਭੂਮਿਕਾ ਤੋਂ ਦੂਜੀ ਭੂਮਿਕਾ ਵਾਲੇ, ਦੂਜੀ ਤੋਂ ਤੀਜੀ, ਤੀਜੀ ਤੋਂ ਚੌਥੀ, ਚੌਥੀ ਤੋਂ ਪੰਜਵੀਂ, ਪੰਜਵੀਂ ਤੋਂ ਛੇਵੀਂ ਤੇ ਛੇਵੀਂ ਤੋਂ ਸੱਤਵੀਂ ਭੂਮਿਕਾ ਵਾਲੇ। 7 ਭੂਮਿਕਾ ਨੇ, ਯਾਨੀ ਅਵਸਥਾਵਾਂ ਪ੍ਰਭੂ ਪ੍ਰਾਪਤੀ ਦੀਆਂ। ਜਿਵੇਂ ਪੌੜੀ ਦੇ ਡੰਡੇ ਹੁੰਦੇ, ਇਉਂ ਸੰਤ ਕਾ ਮਾਰਗ ਧਰਮ ਕੀ ਪੌੜੀ। 7 ਡੰਡੇ ਨੇ। ਸੁਭ ਇੱਛਾ ਕਿ ਮੈਂ ਗੁਰਦੁਆਰੇ ਜਾਇਆ ਕਰਾਂ, ਸੁਭ ਵਿਚਾਰਨਾ ਮੈਂ ਕੀ ਹਾਂ, ਪਰਮਾਤਮਾ ਕੀ ਹੈ, ਤਨੂੰ ਮਾਨਸਾ ਵਾਸ਼ਨਾਵਾਂ ਸੂਖਮ ਕਰਨੀਆਂ, ਅਸੰਗ ਸਖਤ ਮੋਹ ਨੂੰ ਕੱਟਣਾ, ਸਤਵਾ ਪਦ ਸਤ ਦੀ ਪ੍ਰਾਪਤੀ, ਪਦਾਰਥਾਂ ਭਾਵਨੀ। ਇਉਂ ਪਦਾਰਥਾਂ ਦਾ ਮਨ ਵਿੱਚ ਅਭਾਵ ਕਰ ਦੇਣਾ। ਭਾਵਨੀ ਪਦਾਰਥਾਂ ਕੰਨੇ ਤੋਂ ਐੜਾ ਨਿਕਲੇਗਾ, ਪਦਾਰਥ ਨੂੰ ਅਭਾਵ ਕਰ ਦੇਣਾ। ਤੇ ਤੁਰੀਆ ਪਦ, ਇਹ 7 ਭੂਮਿਕਾਵਾਂ ਹਨ। ਨਿਸ਼ਕਾਮ ਕਰਮ ਵਾਲਿਆਂ ਤੋਂ ਉਪਾਸ਼ਨਾ ਵਾਲੇ, ਉਪਾਸ਼ਨਾ ਵਾਲਿਆਂ ਤੋਂ ਗਿਆਨ ਵਾਲੇ, ਗਿਆਨ ਵਾਲਿਆਂ ਤੋਂ ਸਕਿਆਤਤਾ ਵਾਲੇ, ਚੜ੍ਹਦੇ ਤੋਂ ਚੜ੍ਹਦੇ ਆਪ ਜੀ ਦੇ ਅਨੇਕਾਂ ਪਿਆਰੇ ਹਨ। ਇਸੇ ਤਰ੍ਹਾਂ ਸਰਵਣ ਕਰਨ ਵਾਲਿਆਂ ਤੋਂ ਅੱਗੇ ਮੰਨਣ ਵਾਲੇ, ਮੰਨਣ ਕਰਨ ਵਾਲਿਆਂ ਤੋਂ ਅੱਗੇ ਨਿਧਿਆਸਨ ਵਾਲੇ, ਉਹਨਾਂ ਤੋਂ ਅੱਗੇ ਤਤਤਵ ਦਾ ਸੋਧਨ ਕਰਨ ਵਾਲੇ, ਉਹਨਾਂ ਤੋਂ ਅੱਗੇ ਅਭੇਦਤਾ ਵਾਲੇ, ਆਪ ਜੀ ਦੇ ਅਨੇਕਾਂ ਹੀ ਪਿਆਰੇ। ਉਹ ਨਿਤ ਹੀ ਆਪ ਜੀ ਦੀ ਅਭੇਦਤਾ ਦੇ ਆਨੰਦ ਨੂੰ ਭੋਗਣਾ ਕਰਦੇ, ਭਾਵ ਅਭੇਦਤਾ ਦਾ ਆਨੰਦ ਮਾਣਦੇ ਹਨ। ਆਓ ਨਿਤ ਕਰਦੇ ਭੋਗ ਬਿਲਾਸਾ। ਆਪ
ਆਨੰਦ ਮਾਣਦੇ ਹਨ। ਤਿਨਾ ਦੇਖਾ ਮਨ ਜਨੋ ਠੰਡਾ। ਤਿਨਾਂ ਨੂੰ ਜੋ ਆਨੰਦ ਪ੍ਰਾਪਤ ਹੋਇਆ ਹੈ ਉਹਨਾਂ ਵੱਲ ਵੇਖ ਕੇ ਮੇਰੇ ਮਨ ਵਿੱਚ ਵੀ ਉਤਸ਼ਾਹ ਉੱਠਦਾ ਪਿਆ ਹੈ। ਹਉ ਕਦ ਪਾਈ ਗੁਣ ਦਸਾ। ਇਹ ਮੈਂ ਕਦ ਸ਼ੁਭ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਨੂੰ ਪਾਵਾਂਗੀ। ਜਿਤਨੇ ਮੈਡਾ ਲਾਲ ਰਜਾਇਆ। ਜਿਨ੍ਹਾਂ ਨੇ ਮੇਰਾ ਪਿਆਰਾ ਪ੍ਰਭੂ ਪ੍ਰਸੰਨ ਭਾਵ ਖੁਸ਼ ਕਰ ਲਿਆ ਹੈ। ਆਓ ਤਿਸ ਆਗਾ ਮਨ ਡੇਹੀਆ। ਤਿਨਾਂ ਮਹਾਂਪੁਰਖਾਂ ਸੰਤਾਂ ਦੇ ਅੱਗੇ ਸੇਵਾਦਾਰਾਂ ਗੁਰਮੁਖਾਂ ਦੇ ਅੱਗੇ ਆਪਣਾ ਮਨ ਦਿੰਦੀਆਂ। ਸਾਡੇ ਕੋਲ 5 ਮਿੰਟ ਨਹੀਂ ਗੁਰਦੁਆਰੇ ਬੈਠ ਲਈ ਤੇ ਜਿਹੜੇ ਦਿਨੇ ਰਾਤ ਗੁਰਦੁਆਰੇ ਦੀ ਸੇਵਾ ਦੇ ਵਿੱਚ ਹੀ ਮਸਤ ਹਨ ਉਹਨਾਂ ਦੇ ਮੈਂ ਕਦਮਾਂ ਤੇ ਮੱਥਾ ਟੇਕਦੀ ਗੋਡੀਆਂ ਥਲਾਉਂਦੀ ਹਾਂ। ਨਾਨਕ ਕਹੈ ਸੁਨੋ ਬਿਨੋ ਸੁਹਾਗਣਾ। ਸਤਿਗੁਰੂ ਜੀ ਕਥਨ ਕਰਦੇ ਨੇ ਹੇ ਪਰਮੇਸ਼ਰ ਪਤੀ ਦੇ ਸੁਹਾਗ ਵਾਲੀ ਸੰਤ ਰੂਪ ਸਗੀ ਸੁਣ ਬਿਨੋ ਮੇਰੀ ਬੇਨਤੀ ਸੁਣ ਕੇ। ਮੋਹ ਦਾਸ ਦਿਖਾ ਫਿਰ ਕਹੀਆ। ਮੈਨੂੰ ਦੱਸ ਕਿ ਪਤੀ ਪਰਮੇਸ਼ਰ ਨੂੰ ਕਿਹੜੀ ਵਿਧੀ ਨਾਲ ਵੇਖਣਾ ਕਰਾਂ ਆਪ ਕੇ ਸਾਧਨ ਨਾਲ ਪ੍ਰਾਪਤ ਹੋਵੇਗਾ। ਯਾਰ ਵੇ ਯਾਰ ਹੀ ਮਿੱਤਰ ਸੰਤੋ ਤੇਰੇ ਆਪਣ ਪਾਣਾ। ਪਤੀ ਪਰਮਾਤਮਾ ਆਪਣਾ ਭਾਣਾ ਬਣਾਉਂਦਾ ਹੈ। ਐਸਾ ਨਿਸ਼ੀ ਛੰਦਾ। ਉਹਨੂੰ ਕਿਸੇ ਦੀ ਮੁਸ਼ੰਦਗੀ ਨਹੀਂ ਹੈ ਆਪ ਕਿਸੇ ਦੀ ਅਧੀਨਗੀ ਨਹੀਂ ਉਹ ਸੁਤੰਤਰ। ਯਾਰ ਵੇ ਸੰਤ ਰੂਪ ਮਿੱਤਰ ਰਾਵਿਆ ਲਾਲਣਾ। ਤੁਸਾਂ ਨੇ ਪਿਆਰੇ ਦੇ ਆਨੰਦ ਨੂੰ ਮਾਣਿਆ ਹੈ। ਦਾ ਸਦ ਸੰਦਾ। ਮੈਨੂੰ ਵੀ ਦੱਸ ਦਿਓ ਮੈਂ ਵੀ ਤੁਹਾਨੂੰ ਪੁੱਛਦੀ ਹਾਂ ਕਿ ਕਿਵੇਂ ਤੁਸਾਂ ਨੇ ਆਨੰਦ ਮਾਣਿਆ। ਤਾਂ ਉੱਤਮ ਸਗੀ ਆ ਬ੍ਰਹਮ ਗਿਆਨੀ ਮਹਾਂਪੁਰਖ ਪ੍ਰਭੂ ਦੀ ਸਿਖਿਆਤਾ ਵਾਲੇ ਮਹਾਤਮ ਇੰਜ ਕਹਿੰਦੇ ਨੇ ਵੀ ਗੁਰਮੁਖ ਜੇ ਤੂੰ ਬਹੁਤਾ ਹੀ ਖਹਿੜਾ ਕਰਦਾ ਤੇ ਲੈ ਤੁਹਾਨੂੰ ਭੇਤ ਦੱਸਦੇ ਆ। ਲਾਲਣ ਤੈ ਪਾਇਆ ਜੇ ਤੈ ਪਿਆਰੇ ਪ੍ਰਭੂ ਨੂੰ ਪਾਉਣਾ ਚਾਹੁੰਦੀ ਹੈ। ਆਪ ਗਵਾਇਆ। ਆਵਾ ਭਾਵ ਹੰਕਾਰ ਨੂੰ ਗਵਾ ਦੇ। ਜੋੜੇ ਘਰ 'ਚ ਜੋੜੇ ਜਮ੍ਹਾਂ ਕਰਾਈ ਦੇ ਨੇ ਨਾ ਉਹਦੇ 'ਚ ਜਮ੍ਹਾਂ ਕਰਾਇਆ ਜਾਂ ਘਰ ਗੋਦਰੇਜ ਦੀ ਅਲਮਾਰੀ 'ਚ ਰੱਖ ਕੇ ਜਿੰਦਰਾ ਲਾ ਕੇ ਗੁਰਦੁਆਰੇ ਆ। ਮਤਲਬ ਹੰਕਾਰ ਮੈਂ ਜਿਹੜੀ ਹੈ ਘਰ ਹੀ ਰੱਖ ਕੇ ਆਓ। ਜਿਹੜਾ ਮੈਂ ਵੀ ਚੁੱਕੀ ਫਿਰਦਾ ਹੈ ਉਹ ਗੁਰੂ ਘਰੋਂ ਕੁਝ ਲਿਜਾ ਨਹੀਂ ਸਕਦਾ। ਆਪ ਉਹੀ ਸਕਦਾ ਹੈ ਜਿਹੜਾ ਮੇਰਾ ਹੰਕਾਰ ਹੋਵੇ। ਜੈ ਧਨ ਭਾਗ ਮਥਾਣੇ। ਇਸ ਜੀਵ ਰੂਪ ਇਸਤਰੀ ਦੇ ਮੱਥੇ ਦੇ ਸ੍ਰੇਸ਼ਟ ਭਾਗ ਹੋਣ। ਬਾਹ ਪਕੜ ਠਾਕਰ ਹੋ ਕੀਤੀ। ਮੇਰੀ ਬੇਟੀ ਰੂਪ ਮਾਂ ਨੂੰ ਪਰਮੇਸ਼ਰ ਨੇ ਪਕੜ ਕੇ ਆਪਣੇ ਵੱਲ ਖਿੱਚ ਲਿਆ ਭਾਵ ਆਪਣੇ ਵਿੱਚ ਲੀਨ ਕਰ ਲਿਆ ਹੈ। ਗੁਣ ਅਵਗੁਣ ਨਾ ਪਛਾਣੇ। ਮੇਰੇ 'ਚ ਗੁਣ ਤਾਂ ਕੋਈ ਹੈ ਹੀ ਨਹੀਂ ਸੀਗਾ ਤੇ ਅਵਗੁਣਾਂ ਦੀ ਉਹਨੇ ਪਹਿਚਾਣ ਨਹੀਂ ਕੀਤੀ। ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ। ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੋਲ ਢੰਗ ਨਾ ਮੀਠੇ ਬੈਣਾ। ਔਗਣ ਬਖਸ਼ਾਉਣ ਲਈ ਬੇਨਤੀਆਂ ਕਰਨੀਆਂ ਚਾਹੀਦੀਆਂ। ਅਸੀਂ ਖਤੇ ਬਹੁਤ ਕਮਾਉਂਦੇ ਅੰਤ ਨਾ ਬਾਰ ਹਰ ਕਿਰਪਾ ਕਰਕੇ ਬਖਸ਼ ਲਿਓ। ਹਮ ਪਾਪੀ ਬੜ ਗੁਨਾਹਗਾਰ ਹਰ ਜੀਓ ਲਿਖੇ ਵਾਰ ਨਾ ਆਵੇ ਤੂੰ ਬਖਸ਼ ਬਣਾਵਾ। ये महाराज हम अवगुण भरे एक गुण नाही अमृत छाड़ बिख बिख खाई। माया मोह भरम पे भूले सुख दारा स्यों प्रीत लगाए। प्रीत लगाई एक उत्तम पंथ सुने गुर संगत ਇਹ ਮਲੰਦ ਜਮਤਰਾਸ ਮਟਾਈ। ਇੱਕ ਅਰਦਾਸ ਪਾਠ ਕੀਰਤ ਕੀ ਕੋ ਰਾਮਦਾਸ ਰੱਖੋ ਸੰਗਾਈ। ਅਸੀਂ ਗ੍ਰਸਤੀ ਬੰਦੇ ਆ ਜੀ ਆਪਦੀ ਸ਼ਰਨ ਵਿੱਚ ਆਏ ਆ। ਕਿਰਪਾ ਕਰਕੇ ਉਹਨਾਂ ਨੂੰ ਨਾ ਚੁਕਾਰੋ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰੋ ਪਾਵੋ। ਡੁੱਬਦੇ
सास सास हम भूलन हारे, तुम समर्थ अगणत अपारे, शरण परे की राख दियाता, नानक तुमरे बाल गोपाला। गुण हार तै पाया, जिसने शुभ गुणों का हार अंतःकरण रूपी गल दे विच पाया, आप शुभ गुणों नूं धारण कीता ते उस नूं प्यारे प्रभु दा महाराज कहंदे रंग लाल बनाया, प्यारे प्रभु का आनंद बनाया, पाप प्राप्त हो गया है। जैसा हब्बो किस सुहंदा, उसका सब कुछ सोहना हो गया है। जान नानक तन सुहागन साई, सतगुरु जी कथन करते हो, सुहागन स्त्री धनता दे योग है। जैसा संग पतार बसंदा, जिसदे नाल पति परमात्मा वसदा है, ਉਹਦੀ ਪ੍ਰਾਪਤੀ ਹੋਣ ਤੋਂ ਬਾਅਦ ਪਰਮਾਤਮਾ ਨੂੰ ਇਸਤਰੀ ਇਸ ਤਰ੍ਹਾਂ ਕਹਿੰਦੀ ਹੈ, यार वे ਤਤ ਵਿੱਚ ਰੂ ਮਿੱਤਰ, नित सुख सुखेती, ਇਸ ਪਤੀ ਦੀ ਪ੍ਰਾਪਤੀ ਦੀ ਮੈਂ ਨਿਤ ਸੁਖਣਾ ਸੁਖਦੀ ਹੁੰਦੀ ਸੀ। सा मैं पाई, ਉਹ ਸੁਖਣਾ ਮੈਂ ਗੁਰਾਂ ਨਾਲ ਮਿਲ ਕੇ ਹੁਣ ਪਾ ਲਈ ਹੈ। वारा लोड़ींदा आया, ਜਿਸ ਪਤੀ ਪਰਮੇਸ਼ਰ ਨੂੰ ਮੈਂ ਚਾਹੁੰਦੀ ਸੀ ਸੋ ਪ੍ਰਾਪਤ ਹੋਇਆ ਹੈ। जीवनाई, ਮਨ ਵਜੀਆਂ ਵਧਾਈਆਂ, ਇਸ ਲਈ ਮਨ ਵਿੱਚ ਆਨੰਦ ਦੀ ਵਧਾਈ ਵਜੇ, ਭਾਵ ਆਨੰਦ ਪ੍ਰਗਟ ਹੋਇਆ ਹੈ। ਦਿਨ ਰੈਣ ਰਲੀਆਂ ਕਰੈ ਕਾਮਣ, ਮਿਟੈ ਸਗਲ ਅੰਦੇਸਾ, ਬਿਨਵੰਤ ਨਾਨਕ ਅੰਤ ਮਿਲਿਆ, ਲੋੜ ਤੇ ਹਨ ਜੈਸਾ। ਮੇਰਾ ਮਨ ਆਨੰਦ ਭਰਿਆ ਜੀਓ, ਵਜੀ ਵਧਾਈ, ਕਰ ਲਾਲ ਆਇਆ ਪਿਆਰਾ, ਸਭ ਦੇਖਾ ਵਧਾਈ। महामंगल रहस थिया, ਬੜੀਆਂ ਖੁਸ਼ੀਆਂ ਤੇ ਸਿਧਾਂਤ ਨੂੰ ਬ੍ਰਹਮ ਦੇ ਆਨੰਦ ਨੂੰ ਪਾ ਕੇ ਅਸਥਿਤ ਹੋ ਗਏ ਹਾਂ, ਪਰ ਜਿਹੜਾ ਮਨ ਟਿਕਦਾ ਨਹੀਂ ਉਹ ਟਿਕ ਗਿਆ, ਭਟਕਣਾ ਮੁੱਕ ਗਈ। ਕਬੂ ਹੋ ਜੀੜਾ ਉਹ ਵਿਚੜਤ ਹੈ, ਕਬੂ ਹੋ ਜਾਏ ਪਿਆਲੇ, ਲੋਭੀ ਜੀੜਾ ਚਿਰ ਨਾ ਰਹਿਤ ਹੈ, ਚਾਰੇ ਗੁਣਾ ਭਾਲੇ। फिर दयाल सदनब रंगिया, ਪਤੀ ਪਰਮਾਤਮਾ ਦਿਆਲੂ ਤੇ ਸਦਾ ਨਵੇਂ ਰੰਗ ਵਾਲਾ ਹੈ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ। ਉਹ ਬੁੱਢਾ ਨਹੀਂ ਹੁੰਦਾ, ਨਾ ਉਹ ਬੁੱਢਾ, ਨਾ ਉਹ ਬਾਲਾ, ਨਾ ਉਸ ਦੋਖ ਨਹੀਂ ਜਮ ਜਾਂਦਾ। वड भाग पाया गुर मिलाया, ਵੱਡੇ ਭਾਗਾਂ ਕਰਕੇ ਪਾਇਆ, ਪਰ ਆਪੋ ਨਹੀਂ ਪਾਇਆ, ਗੁਰਾਂ ਨੇ ਮਿਲਾਇਆ ਹੈ ਕਿਰਪਾ ਕਰਕੇ। साध कै सत संगिया, ਘਰ ਬੈਠੇ ਨੂੰ ਨਹੀਂ ਮਿਲਾਇਆ, ਧੱਕਾ ਲਾ ਕੇ ਗੁਰਦੁਆਰੇ ਭੇਜਿਆ ਹੈ ਕਿ ਚੱਲ ਭਾਈ ਗੁਰਦੁਆਰੇ ਮੱਥਾ ਟੇਕ, ਸੰਗਤ ਕਰਿਆ ਕਰ। ਸੰਗਤ ਦੇ ਦੁਆਰਾ ਸਾਨੂੰ ਮਿਲਿਆ ਹੈ। आसा मनसा सगल पूरी, ਆਸਾ ਲੰਬੇ ਟਾਈਮ ਦੀ, ਮਨਸਾ ਥੋੜੇ ਥੋੜੇ ਸਮੇਂ ਦੀਆਂ ਸਾਰੀਆਂ ਪੂਰੀਆਂ ਹੋ ਗਈਆਂ। अंक अंक मिलाई, ਪਤੀ ਪਰਮੇਸ਼ਰ ਨੇ ਪੱਖ ਜਾਂ ਪ੍ਰੇਮ ਕਰਕੇ ਇਸ ਰੂਪ ਦੇ ਵਿੱਚ ਮੇਲ ਲਿਆ ਹੈ। बिनवंत नानक सुख सुखती, ਸਤਿਗੁਰੂ ਜੀ ਕਥਨ ਕਰਦੇ ਕਿ ਜੋ ਪਤੀ ਪਰਮਾਤਮਾ ਦੀ ਪ੍ਰਾਪਤੀ ਦੀ ਸੁੱਖ ਨਾਲ ਸੁੱਖ ਦੀ ਸਾਂ, ਜਿਤਨਾ ਬੀਬੀਆਂ ਦਾ ਸੁਭਾਅ ਹੁੰਦਾ ਹੈ, ਉਹ ਗੁਰਦੁਆਰੇ ਆ ਕੇ ਸੁੱਖਾਂ ਸੁੱਖੀ ਜਾਂਦੀਆਂ। ਕਈ ਕਮਲੀਆਂ ਔਂਸੀਆਂ ਪਾਈ ਜਾਂਦੀਆਂ, ਮੈਨੂੰ ਪਤਾ ਨਹੀਂ ਸੀ ਹੁੰਦਾ ਵੀ ਔਂਸੀਆਂ ਕਹਿੰਦੇ ਕਿਹਨੂੰ ਨੇ, ਮੈਂ ਸਮਝਿਆ ਫਿਰ ਕਮਲਪੁਣੇ 'ਚ ਲਕੀਰਾਂ ਕੱਢੀ ਜਾਣੀਆਂ, ਵੇਖਣ ਵਾਲਾ ਸਮਝੇ ਵੀ ਇਹ ਦਿਮਾਗੋਂ ਹਿੱਲ ਗਿਆ। ਆਪਣੇ ਆਪ ਲਕੀਰਾਂ ਕੱਢੀ ਜਾਣੀਆਂ, ਜਦੋਂ ਜੀ ਕਰਨਾ ਉਦੋਂ ਹਟ ਜਾਣਾ, ਇਹ ਜੋਟਾ ਜੋਟਾ ਮਿਲੀ ਜਾਣਾ। ਜੇ ਤਾਂ ਪਿਛਲੀ ਲਕੀਰ ਕੱਲੀ ਰਹਿ ਗਈ ਫਿਰ ਸਮਝਣਾ ਵੀ ਪਤੀ ਦੇ ਦਰਸ਼ਨ ਨਹੀਂ ਹੋਣਗੇ, ਜੇ ਉਹ ਵੀ ਜੋਟਾ ਮਿਲ ਗਿਆ ਸਮਝਣਾ ਵੀ ਪਤੀ ਦੇ ਦਰਸ਼ਨ ਹੋਣਗੇ। ਜਾਂ ਮਨੇਰੇ ਦੇ ਕਾਂ ਬੋਲੇ ਉਹਨੂੰ ਚੂਰੀ ਪਾਉਣੀ ਜਾਂ ਪੜਾਉਣਾ, ਇਤਨਾ ਹੀ ਗੁਰਸਿੱਖ ਸਾਰੇ ਤਰੀਕੇ ਵਰਤਦੇ ਹਨ।
सो साची लगा बिन देर मानी। जे तो बिरती कली रह गई ये तो समझो रब नहीं मिलेगा। जे बिरती शब्द दे विच लीन हो गई जोटा मिल गया। सो शब्द ते सुरत का मिलाप ही प्रभु का मिलाप है। ये औंसियां पौड़ियां ने। ये उड़ उड़ कावां तेन चोरी पावां मेरा प्यारा मैनूं दर्शन देवे। जिहड़े काम क्रोध रूपी कान अंतःकरण बनेरे ते बोलते हैं इन्हां नूं फड़ाउणा। जे आप ना उड्डण ते डंडा फड़ लेना संगत का डंडा संगत के जोर नाल उड़ा देना। तो इहों विकारां तो रहत होके निर्विकार जिंदगी रख के महाराज की प्राप्ति का यत्न करना। सब तो उत्तम गुण जप सकता है। लभ तो कुछ निके निके न्याणिਆਂ ने नहीं वेखो राम नूं ते लक्ष्मण नूं घुमा दिता सीगा। जिन्हां वड्डे वड्डे दैंतां दीआं कुछां मरोड़ मरोड़ समुंदर सुट्टे ते ओह हनुमान भी वेखो बन लिया सी न्याणिਆਂ ने। कारण की है कि उन्होंने ना काम सी ना क्रोध सी कोई अवगण नहीं सीगा। जात सात वाले सन। क्यों जात सात का बड़ा गुण होता है। इंज महाराज के चरणन बेनती करिए। सो महाराज जिहदी सुखना सुखदी सी मिल गया है। आप पति परमात्मा प्राप्त हो गया। ये तरीका दसिया है महाराज की प्राप्ति का। गुरु साहब कृपा करना। सो महाराज के पावन उपदेश की विचार करते हैं। अद्धी पंक्ति रह गई। सामय गुर मिल पाई। जिस महाराज की सुखना सुखदी सी वो मैं गुरुद्वारे आके गुरु जी के चरणों च अरदास करके वाहिगुरु को पा लिया है। क्यों जिन्हों ने पाना है वो भाई गुरु के राही अमृत छकिए श्री गुरु नानक देव जी का मूल मंत्र लैके वाहिगुरु नाम लैके ही पा सकते हैं। भुलना चुका क्षमा करनी भी तो समझ बख्शने। आसा मनसा सगल पूरी प्रेयंक अंक मिलाई। बिनवंत नानक सुख सुखेती सामय गुर मिल पाई। वाहिगुरु जी का खालसा वाहिगुरु जी की फतेह। रामगली माता तीजा आनंद को ओंकार सतगुरु प्रसाद।